1955 ਵਿੱਚ BBC ਦੀ ਇੱਕ ਇੰਟਰਵਿਊ ਵਿੱਚ ਅੰਬੇਦਕਰ ਜੀ ਨੇ ਕਿਹਾ ਕਿ ਗਾਂਧੀ ਕਦੇ ਮਹਾਤਮਾ ਨਹੀਂ ਸੀ। ਮੈਂ ਉਹਨਾਂ ਨੂੰ ਮਹਾਤਮਾ ਕਹਿਣ ਤੋਂ ਇਨਕਾਰ ਕਰਦਾ ਹਾਂ ਅਤੇ ਮੈਂ ਇਹ ਵੀ ਕਹਿਣਾ ਹਾਂ ਕਿ ਉਹ ਕਦੇ ਸਮਾਜ ਸੁਧਾਰਕ ਨਹੀਂ ਬਣੇ ਅਤੇ ਉਹ ਭਾਰਤ ਦੇ ਇਤਿਹਾਸ ਵਿੱਚ ਸਿਰਫ ਇੱਕ ਕਿੱਸਾ ਸੀ, ਨਾ ਕਿ ਕੋਈ ਯੁੱਗ ਨਿਰਮਾਤਾ। ਮੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਪੱਛਮ ਗਾਂਧੀ ਵਿੱਚ ਇੰਨੀ ਦਿਲਚਸਪੀ ਕਿਉਂ ਲੈਂਦਾ ਹੈ। ਜਿੱਥੇ ਤੱਕ ਗੱਲ ਭਾਰਤ ਦੀ ਹੈ ਤਾਂ ਗਾਂਧੀ ਇਤਿਹਾਸ ਵਿੱਚ ਸਿਰਫ ਮੁੱਠੀ ਭਰ ਹਨ। ਗਾਂਧੀ ਕੋਈ ਯੁੱਗ ਨਿਰਮਾਣ ਵਾਲੇ ਨਹੀਂ। ਗਾਂਧੀ ਦੀਆਂ ਯਾਦਾਂ ਇਸ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚੋਂ ਜਾ ਚੁੱਕੀਆਂ ਨੇ। India is concerned, he was, in my judgment, you see, an episode in the history of India, never an epoch maker. Gandhi has already vanished from the memory of the people in this country. His memory is kept because the Congress Party annually, if he gives a holiday, either on his birthday or some other day connected with some event in his life. ਜੇਕਰ ਇਹ ਅਸਲੀਅਤ ਹੈ ਤਾਂ ਕੀ ਗਾਂਧੀ ਅਤੇ ਅੰਬੇਦਕਰ ਜੀ ਇੱਕ ਦੂਜੇ ਦੇ ਵਿਰੋਧੀ ਸਨ? ਜੇ ਵਿਰੋਧੀ ਸਨ ਤਾਂ ਕਿਉਂ? ਆਓ ਇਹਨਾਂ ਮੁੱਦਿਆਂ ਨੂੰ ਮੁੱਢ ਤੋਂ ਜਾਣਨ ਦੀ ਕੋਸ਼ਿਸ਼ ਕਰੀਏ। ਦੋਸਤੋ, ਗੱਲ ਸ਼ੁਰੂ ਹੁੰਦੀ ਹੈ 1916 ਤੋਂ, ਜਦੋਂ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਗਾਂਧੀ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਵਿੱਚ ਸਭ ਤੋਂ ਪਹਿਲਾਂ ਆਪਣੇ ਵਿਚਾਰ ਦੱਸੇ। ਇਹਨਾਂ ਨੇ ਦੇਸ਼ ਦੀ ਆਜ਼ਾਦੀ ਉੱਪਰ ਆਪਣਾ ਸਭ ਤੋਂ ਪਹਿਲਾ ਭਾਸ਼ਣ ਦਿੱਤਾ। ਬਾਬਾ ਸਾਹਿਬ ਅੰਬੇਦਕਰ ਨੇ ਵੀ ਸਾਲ 1916 ਵਿੱਚ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਵਿੱਚ ਆਪਣਾ ਸਭ ਤੋਂ ਪਹਿਲਾ ਜਨਤਕ ਭਾਸ਼ਣ ਦਿੱਤਾ। ਅੰਬੇਦਕਰ ਜੀ ਅਜਿਹੀ ਆਜ਼ਾਦੀ ਚਾਹੁੰਦੇ ਸਨ ਜੋ ਜਾਤ ਪਾਤ ਤੋਂ ਮੁਕਤ ਹੋਵੇ। ਗਾਂਧੀ ਅਤੇ ਅੰਬੇਦਕਰ ਜੀ ਦਾ ਵਿਵਾਦ ਛੂਤ-ਛਾਤ ਦੇ ਮੁੱਦਿਆਂ ਤੋਂ ਸ਼ੁਰੂ ਹੋਇਆ ਸੀ। ਗਾਂਧੀ ਉਸ ਸਮੇਂ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਅਤੇ ਕਾਂਗਰਸ ਤੇ ਵੀ ਉਹਨਾਂ ਦਾ ਪ੍ਰਭਾਵ ਸੀ। ਸਮਾਜ ਰਾਜਨੀਤਿਕ ਫੈਸਲੇ ਲੈਣ ਦੀ ਪ੍ਰਕਿਰਿਆ ਗਾਂਧੀ ਦੀ ਸਲਾਹਕਾਰੀ ਤੇ ਚੱਲਦੀ ਸੀ। ਗਾਂਧੀ ਅਤੇ ਅੰਬੇਦਕਰ ਜੀ ਛੂਤ-ਛਾਤ ਦੇ ਮੁੱਦੇ ਤੇ ਵੱਖੋ ਵੱਖਰੇ ਅਨੁਭਵਾਂ ਕਾਰਨ ਵੱਖੋ ਵੱਖਰੇ ਸਨ। ਗਾਂਧੀ ਦਾ ਜਨਮ ਸੁਖਾਵੇਂ ਮਾਹੌਲ ਵਿੱਚ ਹੋਇਆ ਸੀ। ਉਹ ਛੂਤ-ਛਾਤ ਨੂੰ ਧਾਰਮਿਕ ਅਤੇ ਅਧਿਆਤਮਿਕ ਨਜ਼ਰੀਏ ਤੋਂ ਦੇਖ ਰਿਹਾ ਸੀ। ਦੂਜੇ ਪਾਸੇ ਅੰਬੇਦਕਰ ਜੀ ਨੂੰ ਜਾਤ-ਪਾਤ ਅਤੇ ਅਪਮਾਨ ਦਾ ਅਸਹਿ ਪੀੜਾ ਝੱਲਣਾ ਪਿਆ। ਉਹ ਸਪਸ਼ਟ ਕਹਿ ਰਿਹਾ ਸੀ ਕਿ ਛੂਤ-ਛਾਤ ਵਿੱਚ ਵਿਸ਼ਵਾਸ ਰੱਖਣ ਵਾਲਾ ਹਿੰਦੂ ਧਰਮ ਬੇਇਨਸਾਫੀ ਹੈ। ਛੂਤ-ਛਾਤ ਇੱਕ ਅਪਰਾਧ ਹੈ। ਅੰਬੇਦਕਰ ਜੀ ਦਾ ਕੰਮ ਅਛੂਤ ਸਮਾਜ ਦੇ ਸੰਗਠਨ ਨਾਲ ਸ਼ੁਰੂ ਹੋਇਆ ਸੀ। ਅਛੂਤਾਂ ਨੂੰ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ। ਇਸ ਤੋਂ ਇਲਾਵਾ ਅਛੂਤਾਂ ਨੂੰ ਜਨਤਕ ਖੂਹਾਂ ਤੋਂ ਪਾਣੀ ਕੱਢਣ ਦੀ ਇਜਾਜ਼ਤ ਵੀ ਨਹੀਂ ਸੀ। ਇਹਨਾਂ ਮੁੱਦਿਆਂ ਨੂੰ ਧਰਮ ਨਾਲ ਜੋੜਿਆ ਗਿਆ। ਇਸ ਅਣਮਨੁੱਖੀ ਵਰਤਾਰੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਿਆ। 1920 ਦੇ ਦਹਾਕੇ ਨੂੰ ਬਾਬਾ ਸਾਹਿਬ ਦੇ ਸਮਾਜਿਕ ਨਿਆਂ ਦੀ ਪ੍ਰਾਪਤੀ ਦੀ ਯਾਤਰਾ ਦਾ ਬਹੁਤ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਉਸਨੇ ਮਹਾਰਾਸ਼ਟਰ ਦੇ ਛੋਟੇ ਕਸਬਿਆਂ ਵਿੱਚ ਡਿਪਰੈਸਡ ਵਰਗ ਦੀਆਂ ਕਈ ਸਥਾਨਕ ਸੰਸਥਾਵਾਂ ਦੁਆਰਾ ਸਮਾਗਮਾਂ ਦੀ ਪ੍ਰਧਾਨਗੀ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਸਾਹਿਬ ਨੇ ਪੂਰੇ ਮਹਾਰਾਸ਼ਟਰ ਅਤੇ ਦੇਸ਼ ਦੀ ਯਾਤਰਾ ਕੀਤੀ ਅਤੇ ਦਲਿਤਾਂ ਨੂੰ ਇਕਜੁੱਟ ਕੀਤਾ ਅਤੇ ਉਹਨਾਂ ਵਿੱਚ ਸਵੈ-ਮਾਣ ਦੀ ਭਾਵਨਾ ਪੈਦਾ ਕੀਤੀ। ਅੰਬੇਦਕਰ ਦਾ ਸੰਦੇਸ਼ ਸੀ ਕਿ ਪੜ੍ਹੋ ਲਿਖੋ, ਸੰਘਰਸ਼ ਕਰੋ। ਮਾਰਚ 1927 ਵਿੱਚ ਬਾਬਾ ਸਾਹਿਬ ਨੇ ਆਪਣੇ ਹਜ਼ਾਰਾਂ ਪੈਰੋਕਾਰਾਂ ਦੇ ਨਾਲ ਮਹਾੜ, ਮਹਾਰਾਸ਼ਟਰ ਵਿੱਚ ਚਾਵਦਾਰ ਤਲਾਬ ਤੋਂ ਪਾਣੀ ਪੀ ਕੇ ਇੱਕ ਸ਼ਾਂਤਮਈ ਸੱਤਿਆਗ੍ਰਹਿ ਦੀ ਅਗਵਾਈ ਕੀਤੀ। ਉੱਚ ਜਾਤੀ ਹਿੰਦੂਆਂ ਦੇ ਵਿਰੁੱਧ, ਜਿਨ੍ਹਾਂ ਨੇ ਦਲਿਤਾਂ ਨੂੰ ਉਸੇ ਪਾਣੀ ਤੋਂ ਪਾਣੀ ਪੀਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਦੇ ਵਿਰੁੱਧ ਇਹ ਸੱਤਿਆਗ੍ਰਹਿ ਕੀਤਾ ਗਿਆ ਸੀ। ਮਹਾੜ ਹੁਣ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਇੱਕ ਪ੍ਰਾਚੀਨ ਬੰਦਰਗਾਹ ਵਾਲੇ ਸ਼ਹਿਰ ਅਤੇ ਛਤਰਪਤੀ ਸ਼ਿਵਾਜੀ ਦੀ ਰਾਜਧਾਨੀ ਰਾਏਗੜ੍ਹ ਕਿਲੇ ਦਾ ਇੱਕ ਹਿੱਸਾ ਹੋਣ ਕਰਕੇ ਇਤਿਹਾਸਕ ਤੌਰ ਤੇ ਮਹੱਤਵਪੂਰਨ ਹੈ। ਉੱਚ ਜਾਤੀ ਹਿੰਦੂਆਂ ਦੁਆਰਾ ਬੋਲੇ ਸੰਕਲਪ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਬਾਬਾ ਸਾਹਿਬ ਦੇ ਕ੍ਰਾਂਤੀਕਾਰੀ ਕੰਮ ਨੇ ਇਸ ਸਥਾਨ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ। ਇੱਥੇ ਇੱਕ ਸ਼ਬਦ ਆਇਆ, ਬੋਲੇ ਸੰਕਲਪ। ਇਹ ਇੱਕ ਤਰ੍ਹਾਂ ਦਾ ਮਤਾ ਸੀ ਜੋ 1923 ਵਿੱਚ ਬੰਬਈ ਵਿਧਾਨ ਪ੍ਰੀਸ਼ਦ ਵਿੱਚ ਸੀਕੇ ਬੋਲੇ ਨੇ ਸਾਰੀਆਂ ਅਛੂਤ ਵਰਗਾਂ ਨੂੰ ਜਨਤਕ ਪਾਣੀ ਦੇ ਸਥਾਨਾਂ, ਖੂਹਾਂ ਅਤੇ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜੋ ਜਨਤਕ ਫੰਡਾਂ ਰਾਹੀਂ ਬਣਾਈਆਂ ਗਈਆਂ ਸਨ। ਬੰਬਈ ਸਰਕਾਰ ਨੇ ਮਤਾ ਅਪਣਾਇਆ ਅਤੇ ਮਹਾੜ ਸਿਟੀ ਕੌਂਸਲ ਸਮੇਤ ਕਈ ਸਥਾਨਕ ਸੰਸਥਾਵਾਂ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ। ਹਾਲਾਂਕਿ ਇਸ ਏਰੀਏ ਦੇ ਹਿੰਦੂਆਂ ਨੇ ਦਲਿਤਾਂ ਨੂੰ ਜਨਤਕ ਜਲ ਘਰਾਂ ਤੋਂ ਪਾਣੀ ਪੀਣ ਦੇ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰਨ ਦਿੱਤੀ।
19 ਮਾਰਚ 1927 ਨੂੰ ਬਾਬਾ ਸਾਹਿਬ ਨੇ ਕੋਲਾਬਾ ਜ਼ਿਲ੍ਹੇ ਦੇ ਦੱਬੇ ਕੁਚਲੇ ਵਰਗਾਂ ਦੁਆਰਾ ਇੱਕ ਸਥਾਨਕ ਦੇਵਤਾ ਵੀਰੇਸ਼ਵਰ ਦੇ ਨਾਮ ਤੇ ਰੱਖੇ ਗਏ ਪੰਡਾਲ ਵਿੱਚ ਆਯੋਜਿਤ 2 ਰੋਜ਼ਾ ਕਾਨਫਰੰਸ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਭਰ ਤੋਂ 2500 ਲੋਕ ਹਾਜ਼ਰ ਸਨ। ਕਾਨਫਰੰਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਡੈਲੀਗੇਟ ਜਲੂਸ ਦੇ ਰੂਪ ਵਿੱਚ ਚਾਵਦਾਰ ਸਰੋਵਰ ਵੱਲ ਮਾਰਚ ਕਰਨਗੇ ਅਤੇ ਉੱਥੋਂ ਪਾਣੀ ਪੀਣਗੇ। 20 ਮਾਰਚ ਨੂੰ ਬਾਬਾ ਸਾਹਿਬ ਨੇ ਹਜ਼ਾਰਾਂ ਲੋਕਾਂ ਸਮੇਤ ਚਾਵਦਾਰ ਸਰੋਵਰ ਵੱਲ ਮਾਰਚ ਕੀਤਾ ਅਤੇ ਉੱਥੋਂ ਪਾਣੀ ਪੀਤਾ। ਇਸ ਤੋਂ ਬਾਅਦ ਅਫਵਾਹ ਫੈਲੀ ਕਿ ਹਾਜ਼ਰ ਲੋਕ ਸਥਾਨਕ ਵੀਰੇਸ਼ਵਰ ਮੰਦਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਉਹ ਆਪਣੇ ਪਿੰਡਾਂ ਨੂੰ ਪਰਤ ਰਹੇ ਸਨ ਤਾਂ ਬਹੁਤ ਸਾਰੇ ਡੈਲੀਗੇਟਾਂ ਤੇ ਉੱਚ ਜਾਤੀ ਹਿੰਦੂਆਂ ਨੇ ਉਹਨਾਂ ਉੱਪਰ ਹਮਲੇ ਕੀਤੇ। ਇਸ ਘਟਨਾ ਤੋਂ ਬਾਅਦ ਬਾਬਾ ਸਾਹਿਬ ਖਿਲਾਫ ਉੱਚ ਜਾਤੀਆਂ ਵੱਲੋਂ ਸਿਵਲ ਕੇਸ ਦਾਇਰ ਕੀਤਾ ਗਿਆ ਅਤੇ ਉੱਚ ਜਾਤੀਆਂ ਵੱਲੋਂ ਗਊ ਮੂਤਰ ਅਤੇ ਗਊ ਗੋਬਰ ਨਾਲ ਸਰੋਵਰ ਨੂੰ ਸਾਫ਼ ਕਰਨ ਦੀ ਯੋਜਨਾ ਬਣਾਈ ਗਈ। ਪਰ ਬਾਬਾ ਸਾਹਿਬ ਅਤੇ ਉਹਨਾਂ ਦੇ ਪੈਰੋਕਾਰ ਪਿੱਛੇ ਨਹੀਂ ਹਟੇ। ਸੱਤਿਆਗ੍ਰਹਿ ਦੇ ਹਿੱਸੇ ਵਜੋਂ 26-27 ਦਸੰਬਰ ਤੱਕ ਇੱਕ ਹੋਰ ਕਾਨਫਰੰਸ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ ਮਹਾੜ ਦੀ ਸਿਵਲ ਕੋਰਟ ਨੇ ਬਾਬਾ ਸਾਹਿਬ ਅਤੇ ਉਹਨਾਂ ਦੇ ਪੈਰੋਕਾਰਾਂ ਦੇ ਖਿਲਾਫ ਚਾਵਦਾਰ ਸਰੋਵਰ ਤੇ ਜਾਣ ਤੋਂ ਮਨਾਹੀ ਕਰ ਦਿੱਤੀ ਸੀ, ਪਰ ਉਹਨਾਂ ਨੂੰ ਕਾਨਫਰੰਸ ਕਰਨ ਦੀ ਇਜਾਜ਼ਤ ਮਿਲ ਗਈ ਸੀ। 25 ਦਸੰਬਰ ਨੂੰ ਮਨੂ ਸਮ੍ਰਿਤੀ, ਜੋ ਕਿ ਹਿੰਦੂ ਲਾਅ ਬੁੱਕ ਨੂੰ ਵਿਰੋਧ ਵਿੱਚ ਸਾੜ ਦਿੱਤਾ ਗਿਆ। ਡਾਕਟਰ ਅੰਬੇਦਕਰ ਦੀ ਅਗਵਾਈ ਹੇਠ ਮਹਾੜ ਸੱਤਿਆਗ੍ਰਹਿ ਪਿਛੜੀਆਂ ਸ਼੍ਰੇਣੀਆਂ ਦੇ ਇਤਿਹਾਸ ਦੀ ਇੱਕ ਅਹਿਮ ਕੜੀ ਸੀ। ਅੰਬੇਦਕਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਉੱਚ ਜਾਤੀ ਦੇ ਆਗੂ ਵੀ ਇਸ ਅੰਦੋਲਨ ਵਿੱਚ ਸ਼ਾਮਲ ਸਨ। ਮੌਜੂਦਾ ਕੌਂਸਲ ਲਈ ਸਾਰੇ ਮਹਾਰਾਸ਼ਟਰ ਤੋਂ ਜਾਤੀ ਭੇਦਭਾਵ ਨੂੰ ਮਿਟਾਉਣ ਦੇ ਚਾਹਵਾਨ ਲੋਕ ਇਕੱਠੇ ਹੋਣ ਲੱਗੇ। ਸਾਰੇ ਮੰਡਪ ਤੇ ਵੱਖ-ਵੱਖ ਸਲੋਗਨ ਲਿਖੇ ਗਏ। ਮੰਚ ਤੇ ਸਿਰਫ ਇੱਕ ਹੀ ਤਸਵੀਰ ਸੀ, ਉਹ ਸੀ ਅੰਬੇਦਕਰ ਜੀ ਦੀ। ਪਰ ਦੂਜੇ ਪਾਸੇ ਗੱਲ ਇਹ ਵੀ ਹੋ ਰਹੀ ਸੀ ਕਿ ਇਸ ਸੱਤਿਆਗ੍ਰਹਿ ਤੇ ਗਾਂਧੀ ਜੀ ਕੀ ਰਿਐਕਟ ਕਰਦੇ ਨੇ। ਇਸ ਤੋਂ ਬਾਅਦ ਇੱਕ ਹੋਰ ਸੱਤਿਆਗ੍ਰਹਿ ਸ਼ੁਰੂ ਹੋਇਆ। ਸੱਤਿਆਗ੍ਰਹਿ 1930 ਵਿੱਚ ਨਾਸਿਕ ਦੇ ਕਲਾਰਾਮ ਮੰਦਿਰ ਵਿੱਚ ਦਾਖਲੇ ਦੀ ਮੰਗ ਲਈ ਸ਼ੁਰੂ ਹੋਇਆ ਸੀ। ਬੇਵਸ ਦਲਿਤ ਭਾਈਚਾਰੇ ਤੇ ਹਮਲੇ ਹੋਏ। ਉਸ ਲਹਿਰ ਦੀ ਖਬਰ ਇੰਗਲੈਂਡ ਤੱਕ ਵੀ ਪਹੁੰਚ ਗਈ। ਅੰਗਰੇਜ਼ ਸਰਕਾਰ ਨੇ ਅਛੂਤਾਂ ਨਾਲ ਹੋ ਰਹੇ ਅਨਿਆਂ ਨੂੰ ਗੰਭੀਰਤਾ ਨਾਲ ਲਿਆ। ਬਾਬਾ ਸਾਹਿਬ ਨੂੰ ਗੋਲਮੇਜ਼ ਕਾਨਫਰੰਸ ਵਿੱਚ ਅਛੂਤਾਂ ਦੀ ਨੁਮਾਇੰਦਗੀ ਕਰਨ ਲਈ ਸੱਦਿਆ ਗਿਆ। ਪਹਿਲੀ ਰਾਉਂਡ ਟੇਬਲ ਕਾਨਫਰੰਸ ਜਾਣੀ ਕਿ ਪਹਿਲੀ ਗੋਲਮੇਜ਼ ਕਾਨਫਰੰਸ 12 ਨਵੰਬਰ 1930 ਤੋਂ ਲੈ ਕੇ 13 ਜਨਵਰੀ 1931 ਤੱਕ ਚੱਲੀ। ਇਸ ਕਾਨਫਰੰਸ ਵਿੱਚ ਡਾਕਟਰ BR ਅੰਬੇਦਕਰ ਨੇ ਭਾਰਤੀ ਸਮਾਜ ਨੂੰ 3 ਵੱਖ-ਵੱਖ ਹਿੱਸਿਆਂ ਹਿੰਦੂ, ਮੁਸਲਮਾਨ ਅਤੇ ਦੱਬੇ ਕੁਚਲੇ ਵਰਗਾਂ ਵਿੱਚ ਵੰਡਿਆ ਹੋਇਆ ਦੱਸਿਆ। ਉਹਨਾਂ ਨੇ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਸੱਚਮੁੱਚ ਆਜ਼ਾਦ ਤਾਂ ਹੀ ਹੋ ਸਕਦਾ ਹੈ ਜੇਕਰ ਇਹ ਜਮਾਤਾਂ ਸਰਕਾਰ ਨੂੰ ਬਣਾਉਣ ਵਿੱਚ ਹਿੱਸਾ ਲੈਣ ਅਤੇ ਆਪਣੇ ਨੁਮਾਇੰਦੇ ਚੁਣਨ। ਇਸ ਦਾ ਮਤਲਬ ਇਹ ਸੀ ਕਿ ਕੋਈ ਨਿਸ਼ਚਿਤ ਹਲਕੇ SC ST ਨੂੰ ਦਿੱਤੇ ਜਾਣੇ ਸੀ, ਜਿਸ ਵਿੱਚ SC ST ਦੇ ਹੀ ਉਮੀਦਵਾਰ ਖੜੇ ਹੋਣਗੇ ਅਤੇ SC ST ਦੇ ਹੀ ਵੋਟਰ ਉਹਨਾਂ ਨੂੰ ਵੋਟ ਪਾਉਣ ਦੇ ਹੱਕਦਾਰ ਹੋਣਗੇ। ਬਾਕੀ ਹੋਰ ਕੋਈ ਕਾਸਟ ਉੱਥੇ ਵੋਟ ਪਾਉਣ ਦੀ ਹੱਕਦਾਰ ਨਹੀਂ ਹੋਵੇਗੀ। ਗਾਂਧੀ ਜੀ ਲਈ ਇਹ ਚਿੰਤਾਜਨਕ ਸੀ ਕਿਉਂਕਿ ਉਹ ਸਾਲਾਂ ਤੋਂ ਦਲਿਤਾਂ ਲਈ ਕੰਮ ਕਰ ਰਹੇ ਸਨ, ਪਰ ਹੁਣ ਕੇਂਦਰ ਮੰਚ ਆ ਰਹੇ ਸਨ ਅੰਬੇਦਕਰ। ਸਵਾਲ ਜਿਵੇਂ ਇਹ ਅੰਬੇਦਕਰ ਕੌਣ ਹੈ, ਉਹ ਪਛੜੇ ਲੋਕਾਂ ਦਾ ਨੁਮਾਇੰਦਾ ਕਿਵੇਂ ਹੋ ਸਕਦਾ ਹੈ? ਗਾਂਧੀ ਜੀ ਨੂੰ ਇਹਨਾਂ ਸਵਾਲਾਂ ਨੇ ਬਹੁਤ ਪਰੇਸ਼ਾਨ ਕੀਤਾ। ਇਸ ਲਈ ਗੋਲਮੇਜ਼ ਕਾਨਫਰੰਸ ਲਈ ਰਵਾਨਾ ਹੋਣ ਤੋਂ ਪਹਿਲਾਂ ਗਾਂਧੀ ਨੇ ਅੰਬੇਦਕਰ ਨੂੰ ਸੱਦਾ ਦਿੱਤਾ। 14 ਅਗਸਤ 1931 ਨੂੰ ਇਹ ਮੀਟਿੰਗ ਮੁੰਬਈ ਦੇ ਮਣੀ ਭਵਨ ਵਿੱਚ ਤੈਅ ਹੋਈ, ਜੋ ਕਿ ਇੱਕ ਬੇहद ਦਿਲਚਸਪ ਪਹਿਲੀ ਮੀਟਿੰਗ ਸੀ। ਬਾਬਾ ਸਾਹਿਬ ਨੂੰ ਉਮੀਦ ਸੀ ਕਿ ਇਸ ਮੀਟਿੰਗ ਤੋਂ ਕੁਝ ਸਕਾਰਾਤਮਕ ਨਿਕਲੇਗਾ। ਦੋਵੇਂ ਸਮੇਂ ਦੇ ਪਾਬੰਦ ਸਨ। ਅੰਬੇਦਕਰ ਜੀ ਯੋਜਨਾ ਅਨੁਸਾਰ ਸਮੇਂ ਸਿਰ ਉੱਥੇ ਪਹੁੰਚ ਗਏ, ਪਰ ਗਾਂਧੀ ਨੇ ਅੰਬੇਦਕਰ ਜੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਉਹ ਬੱਕਰੀ ਨਾਲ ਖੇਡਣ ਵਿੱਚ ਰੁੱਝਿਆ ਹੋਇਆ ਸੀ। ਇਹ ਸਭ ਕੁਝ ਕਾਫੀ ਦੇਰ ਤੱਕ ਚੱਲਦਾ ਰਿਹਾ। ਆਖਰਕਾਰ ਬਾਬਾ ਸਾਹਿਬ ਉੱਠੇ ਅਤੇ ਬੋਲੇ, ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਤੁਹਾਡੇ ਤੋਂ ਜਾਣ ਦੀ ਇਜਾਜ਼ਤ ਲੈਂਦਾ ਹਾਂ। ਅੰਬੇਦਕਰ ਦੇ ਇਸ ਪ੍ਰਤੀਕਰਮ ਤੋਂ ਤੁਰੰਤ ਬਾਅਦ ਗਾਂਧੀ ਚਰਚਾ ਲਈ ਉਹਨਾਂ ਕੋਲ ਆਏ। ਗਾਂਧੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਉਦੋਂ ਤੋਂ ਸੋਚ ਰਿਹਾ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਸੀ। ਮੈਨੂੰ ਤਾਜੁਬ ਹੈ ਕਿ ਇਸ ਦੇ ਬਾਵਜੂਦ ਤੁਸੀਂ ਮੈਨੂੰ ਉਹਨਾਂ ਦਾ ਹਤੈਸ਼ੀ ਨਹੀਂ ਮੰਨਦੇ। ਅੰਬੇਦਕਰ ਜੀ ਨੇ ਗਾਂਧੀ ਨੂੰ ਕਿਹਾ ਕਿ ਜੇਕਰ ਤੁਸੀਂ ਅਛੂਤਾਂ ਦੇ
ਖੈਰ ਖਵਾ ਹੁੰਦੇ ਤਾਂ ਆਪਣੇ ਕਾਂਗਰਸ ਦੇ ਮੈਂਬਰ ਹੋਣ ਲਈ ਖਾਦੀ ਪਹਿਨਣ ਦੀ ਸ਼ਰਤ ਦੀ ਬਜਾਏ ਅਛੂਤਤਾ ਨੂੰ ਨਿਵਾਰਨ ਦੀ ਪਹਿਲੀ ਸ਼ਰਤ ਬਣਾਇਆ ਹੁੰਦਾ। ਕਿਸੇ ਵੀ ਵਿਅਕਤੀ ਨੂੰ ਜਿਸ ਨੇ ਆਪਣੇ ਘਰ ਵਿੱਚ ਘੱਟ ਤੋਂ ਘੱਟ ਇੱਕ ਅਛੂਤ ਵਿਅਕਤੀ ਜਾਂ ਮਹਿਲਾ ਨੂੰ ਨੌਕਰੀ ਨਹੀਂ ਦਿੱਤੀ ਹੋਵੇ, ਜਾਂ ਉਸਨੇ ਇੱਕ ਅਛੂਤ ਵਿਅਕਤੀ ਦੇ ਪਾਲਣ ਪੋਸ਼ਣ ਦਾ ਬੀੜਾ ਨਾ ਚੁੱਕਿਆ ਹੋਵੇ, ਜਾਂ ਉਸਨੇ ਘੱਟ ਤੋਂ ਘੱਟ ਹਫ਼ਤੇ ਵਿੱਚ ਇੱਕ ਵਾਰ ਕਿਸੇ ਅਛੂਤ ਵਿਅਕਤੀ ਨਾਲ ਖਾਣਾ ਖਾਧਾ ਨਾ ਹੋਵੇ, ਕਾਂਗਰਸ ਦਾ ਮੈਂਬਰ ਬਣਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਤੁਸੀਂ ਕਦੇ ਵੀ ਕਿਸੇ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਚੋਂ ਕੱਢਿਆ ਨਹੀਂ ਜੋ ਮੰਦਰਾਂ ਵਿੱਚ ਅਛੂਤਾਂ ਦੇ ਦਾਖਲੇ ਦਾ ਵਿਰੋਧ ਕਰਦੇ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਗਾਂਧੀ ਕੁਝ ਨਾ ਕਹਿ ਸਕਿਆ ਅਤੇ ਚੁੱਪਚਾਪ ਬੈਠਾ ਰਿਹਾ। ਗਾਂਧੀ ਅੰਬੇਦਕਰ ਜੀ ਨੂੰ ਬ੍ਰਾਹਮਣ ਮੰਨਣ ਵਿੱਚ ਗਲਤ ਸੀ। ਉਹ ਮੰਨਦਾ ਸੀ ਕਿ ਜਿਵੇਂ ਅਗਰਕਰ ਅਤੇ ਭੰਡਾਰਕਰ, ਅੰਬੇਦਕਰ ਜੀ ਵੀ ਬ੍ਰਾਹਮਣ ਸਨ। ਗਾਂਧੀ ਨੂੰ ਅਛੂਤਾਂ ਦੀ ਨੁਮਾਇੰਦਗੀ ਕਰਨ ਵਾਲੇ ਬ੍ਰਾਹਮਣ ਵਿੱਚ ਕੋਈ ਦਿਲਚਸਪੀ ਨਹੀਂ ਸੀ। ਗਾਂਧੀ ਅੰਬੇਦਕਰ ਜੀ ਦੀ ਜਾਤ ਤੋਂ ਅਣਜਾਣ ਸਨ। ਉਹ ਅੰਬੇਦਕਰ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਅਤੇ ਅੰਬੇਦਕਰ ਦੇ ਜਾਣ ਤੋਂ ਬਾਅਦ ਗਾਂਧੀ ਜੀ ਨੇ ਆਪਣੇ ਸਹਾਇਕ ਮਹਾਦੇਵ ਭਾਈ ਨੂੰ ਗੱਲਬਾਤ ਕਰਦੇ ਕਿਹਾ ਕਿ ਮੈਂ ਅੱਜ ਬਹੁਤ ਵੱਡੀ ਗਲਤੀ ਕੀਤੀ ਹੈ। ਪਰ ਸਵਾਲ ਇਹ ਵੀ ਹੈ ਕਿ ਗਾਂਧੀ ਅਤੇ ਅੰਬੇਦਕਰ ਜੀ ਵਿਚਕਾਰ ਇੰਨਾ ਤਣਾਅ ਕਿਉਂ ਸੀ? ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਗਾਂਧੀ ਅਤੇ ਅੰਬੇਦਕਰ ਜੀ ਆਪਸ ਵਿੱਚ ਭਿੜ ਗਏ। ਦੋਵਾਂ ਨੇ ਦਾਅਵਾ ਕੀਤਾ ਕਿ ਉਹ ਅਛੂਤਾਂ ਦੇ ਅਸਲ ਨੁਮਾਇੰਦੇ ਨੇ। ਕਾਨਫਰੰਸ ਹਫ਼ਤਿਆਂ ਤੱਕ ਚੱਲੀ। ਗਾਂਧੀ ਆਖਰਕਾਰ ਮੁਸਲਮਾਨਾਂ ਅਤੇ ਸਿੱਖਾਂ ਲਈ ਵੱਖਰੇ ਵੋਟਰਾਂ ਲਈ ਸਹਿਮਤ ਹੋ ਗਏ, ਪਰ ਅਛੂਤਾਂ ਲਈ ਵੱਖਰੇ ਵੋਟਰਾਂ ਲਈ ਅੰਬੇਦਕਰ ਜੀ ਦੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਉਸਨੇ ਆਪਣੇ ਆਮ ਬਿਆਨਬਾਜ਼ੀ ਦਾ ਸਹਾਰਾ ਲਿਆ। ਗਾਂਧੀ ਨੇ ਕਿਹਾ, ਮੈਂ ਇਸ ਦੀ ਬਜਾਏ ਇਹ ਪਸੰਦ ਕਰਾਂਗਾ ਕਿ ਅਛੂਤਤਾ ਜਿਉਂਦੇ ਰਹਿਣ ਨਾਲੋਂ ਹਿੰਦੂ ਧਰਮ ਮਰ ਗਿਆ। ਅੰਬੇਦਕਰ ਵੀ ਪਿੱਛੇ ਨਹੀਂ ਹਟੇ। ਧਰਮ ਅੰਦੋਲਨ ਦੇ ਮੰਗੂ ਰਾਮ ਸਮੇਤ ਭਾਰਤ ਭਰ ਦੇ ਅਛੂਤ ਸਮੂਹਾਂ ਨੇ ਅੰਬੇਦਕਰ ਦੇ ਸਮਰਥਨ ਵਿੱਚ ਟੈਲੀਗ੍ਰਾਮ ਭੇਜੇ। ਆਖਰਕਾਰ ਗਾਂਧੀ ਨੇ ਕਿਹਾ, ਜਿਹੜੇ ਅਛੂਤਾਂ ਦੇ ਰਾਜਨੀਤਿਕ ਅਧਿਕਾਰਾਂ ਦੀ ਗੱਲ ਕਰਦੇ ਨੇ ਉਹ ਆਪਣੇ ਭਾਰਤ ਨੂੰ ਨਹੀਂ ਜਾਣਦੇ। ਇਹ ਨਹੀਂ ਜਾਣਦੇ ਕਿ ਅੱਜ ਭਾਰਤੀ ਸਮਾਜ ਕਿਵੇਂ ਬਣਾਇਆ ਗਿਆ ਹੈ ਅਤੇ ਇਸ ਲਈ ਮੈਂ ਪੂਰੇ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਚੀਜ਼ ਦਾ ਪੂਰੀ ਜ਼ਿੰਦਗੀ ਵਿਰੋਧ ਕਰਾਂਗਾ। ਆਪਣੀ ਧਮਕੀ ਦੇਣ ਤੋਂ ਬਾਅਦ ਗਾਂਧੀ ਆਪਣੀ ਵੋਟ ਨੂੰ ਵਾਪਸ ਭਾਰਤ ਲੈ ਆਇਆ। 1 ਸਾਲ ਬਾਅਦ ਬ੍ਰਿਟਿਸ਼ ਸਰਕਾਰ ਦਾ ਫੈਸਲਾ ਆਇਆ। ਇਸਨੇ ਅਛੂਤਾਂ ਨੂੰ 20 ਸਾਲਾਂ ਦੀ ਮਿਆਦ ਲਈ ਇੱਕ ਵੱਖਰਾ ਵੋਟਰ ਦਿੱਤਾ। ਉਸ ਸਮੇਂ ਗਾਂਧੀ ਪੂਨਾ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਨ। ਜੇਲ੍ਹ ਤੋਂ ਉਸਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਅਛੂਤਾਂ ਲਈ ਵੱਖਰੇ ਵੋਟਰਾਂ ਦੀ ਵਿਵਸਥਾ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਮਰਨ ਵਰਤ ਰੱਖੇਗਾ। ਉਸਨੇ 1 ਮਹੀਨਾ ਇੰਤਜ਼ਾਰ ਕੀਤਾ। ਜਦੋਂ ਉਹਨਾਂ ਨੂੰ ਰਾਹ ਨਾ ਮਿਲਿਆ ਤਾਂ ਗਾਂਧੀ ਨੇ ਜੇਲ੍ਹ ਤੋਂ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ। ਇਹ ਵਰਤ ਪੂਰੀ ਤਰ੍ਹਾਂ ਉਸਦੇ ਆਪਣੇ ਸੱਤਿਆਗ੍ਰਹਿ ਦੇ ਵਿਰੁੱਧ ਸੀ। ਇਹ ਸ਼ਰੇਆਮ ਬਲੈਕਮੇਲ ਸੀ। ਜਨਤਕ ਆਤਮ ਹੱਤਿਆ ਕਰਨ ਦੀ ਧਮਕੀ ਤੋਂ ਘੱਟ ਹੇਰਾਫੇਰੀ ਨਹੀਂ ਸੀ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਹ ਇਸ ਵਿਵਸਥਾ ਨੂੰ ਤਾਂ ਹੀ ਰੱਦ ਕਰਨਗੇ ਜੇਕਰ ਅਛੂਤ ਸਹਿਮਤ ਹੋਣਗੇ। ਦੇਸ਼ ਵਿੱਚ ਪੂਰੀ ਤਰ੍ਹਾਂ ਹਲਚਲ ਮਚ ਗਈ। ਜਨਤਕ ਬਿਆਨ ਜਾਰੀ ਕੀਤੇ ਗਏ, ਪਟੀਸ਼ਨਾਂ ਤੇ ਦਸਤਖਤ ਕੀਤੇ ਗਏ, ਪ੍ਰਾਰਥਨਾਵਾਂ ਕੀਤੀਆਂ ਗਈਆਂ, ਮੀਟਿੰਗਾਂ ਕੀਤੀਆਂ ਗਈਆਂ, ਅਪੀਲਾਂ ਵੀ ਕੀਤੀਆਂ ਗਈਆਂ। ਇਹ ਇੱਕ ਬਹੁਤ ਨਾਜ਼ੁਕ ਸਥਿਤੀ ਸੀ। ਵਿਸ਼ੇਸ਼ ਅਧਿਕਾਰ ਪ੍ਰਾਪਤ ਜਾਤੀ ਦੇ ਹਿੰਦੂ ਜੋ ਆਪਣੇ ਆਪ ਨੂੰ ਅਛੂਤਾਂ ਤੋਂ ਹਰ ਸੰਭਵ ਤਰੀਕੇ ਨਾਲ ਵੱਖ ਕਰਨਾ ਚਾਹੁੰਦੇ ਸਨ, ਜੋ ਉਹਨਾਂ ਨੂੰ ਮਨੁੱਖੀ ਸੰਗਤ ਦੇ ਅਯੋਗ ਸਮਝਦੇ ਸਨ, ਜੋ ਉਹਨਾਂ ਦੀ ਛੋਹ ਤੋਂ ਦੂਰ ਰਹਿੰਦੇ ਸਨ, ਜੋ ਵੱਖਰਾ ਭੋਜਨ, ਪਾਣੀ, ਸਕੂਲ, ਸੜਕਾਂ, ਮੰਦਰ ਅਤੇ ਖੂਹ ਚਾਹੁੰਦੇ ਸਨ। ਹੁਣ ਉਹਨਾਂ ਨੇ ਕਿਹਾ ਕਿ ਜੇਕਰ ਅਛੂਤ ਦੀ ਵੱਖਰੀ ਚੋਣ ਹੁੰਦੀ ਹੈ ਤਾਂ ਭਾਰਤ ਬਾਲਕਨਾਈਜ਼ਡ ਹੋ ਜਾਵੇਗਾ। ਅਛੂਤਾਂ ਨੂੰ ਇੱਕ ਵੱਖਰੀ ਵੋਟਰਾਂ ਤੋਂ ਇਨਕਾਰ ਕਰਨ ਲਈ ਕਿਵੇਂ ਭੁੱਖਾ ਮਰ ਰਿਹਾ ਸੀ? ਉਸ ਸਮੇਂ ਇਹ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਸੀ। ਇੱਕ ਪਾਸੇ ਤਾਂ ਗਾਂਧੀ ਕਹਿੰਦਾ ਸੀ ਕਿ ਮੈਂ ਅਛੂਤਾਂ ਦਾ ਸਰਗਨਾ ਹਾਂ, ਪਰ ਦੂਜੇ ਪਾਸੇ ਜਦੋਂ ਉਹਨਾਂ ਦਾ ਕੁਝ ਫਾਇਦਾ ਹੋਣ ਲੱਗਿਆ ਸੀ ਤਾਂ ਉਸਨੇ ਮਰਨ ਵਰਤ ਰੱਖ ਲਿਆ। ਇਸ ਦਾ ਪੂਰੀ ਤਰ੍ਹਾਂ ਮਤਲਬ ਇਹ ਸੀ ਕਿ ਅਛੂਤਾਂ ਨੂੰ ਪੋਲਿਟਿਕਸ ਵਿੱਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ ਸੀ। ਜੇ ਪੋਲਿਟਿਕਸ ਵਿੱਚ ਅਛੂਤ ਆਉਂਦੇ ਤਾਂ ਉਹ ਆਪਣੇ ਸਮਾਜ ਲਈ ਕੁਝ ਨਾ ਕੁਝ ਕਰਦੇ। ਇਸ ਲਈ ਪੂਰਾ ਉੱਚ ਜਾਤੀਆਂ ਦਾ ਜ਼ੋਰ ਲਗਾਇਆ ਹੋਇਆ ਸੀ ਕਿ ਇਹਨਾਂ ਨੂੰ ਵੋਟ ਪਾਉਣ ਜਾਂ ਇਸ ਵੱਖਰੇ ਵੋਟਰ ਦਾ ਅਧਿਕਾਰ ਨਾ ਪ੍ਰਾਪਤ ਹੋਵੇ। ਜਿਵੇਂ ਜਿਵੇਂ ਜਨੂਨ ਵਧਦਾ ਗਿਆ, ਅੰਬੇਦਕਰ ਜੀ ਨੂੰ ਖਲਨਾਇਕ ਬਣਾ ਦਿੱਤਾ ਗਿਆ। ਗੱਦਾਰ, ਉਹ ਆਦਮੀ ਜੋ ਭਾਰਤ ਨੂੰ ਤੋੜਨਾ ਚਾਹੁੰਦਾ ਸੀ,
ਉਹ ਆਦਮੀ ਜੋ ਗਾਂਧੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗਰਮ ਦਲ ਦੇ ਨਾਲ-ਨਾਲ ਟੈਗੋਰ, ਨਹਿਰੂ ਅਤੇ ਸੀ ਰਾਜਗੋਪਾਲਚਾਰੀ ਸਮੇਤ ਨਰਮ ਦਲ ਦੇ ਰਾਜਨੀਤਿਕ ਧੜੇ ਗਾਂਧੀ ਦੇ ਪੱਖ ਵਿੱਚ ਸਨ। ਗਾਂਧੀ ਨੂੰ ਖੁਸ਼ ਕਰਨ ਲਈ ਵਿਸ਼ੇਸ਼ ਅਧਿਕਾਰ ਜਾਤੀ ਦੇ ਹਿੰਦੂਆਂ ਨੇ ਅਛੂਤਾਂ ਨਾਲ ਸੜਕਾਂ ਤੇ ਭੋਜਨ ਸਾਂਝਾ ਕਰਨ ਦਾ ਪ੍ਰਦਰਸ਼ਨ ਵੀ ਕੀਤਾ ਅਤੇ ਬਹੁਤ ਸਾਰੇ ਹਿੰਦੂ ਮੰਦਰਾਂ ਨੇ ਉਹਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ। ਭਾਵੇਂ ਸਿਰਫ ਇਹ ਇੱਕ ਦਿਖਾਵਾ ਸੀ। ਅੰਬੇਦਕਰ ਜੀ ਤੇ ਪੋਲੀਟੀਕਲ ਪ੍ਰੈਸ਼ਰ ਵਧਣ ਕਾਰਨ ਆਖਰ ਉਹਨਾਂ ਨੇ ਕਿਹਾ ਕਿ ਮੈਂ ਚਰਚਾ ਲਈ ਤਿਆਰ ਹਾਂ, ਪਰ ਗਾਂਧੀ ਜੀ ਨੂੰ ਇੱਕ ਨਵਾਂ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ। ਪਰ ਗਾਂਧੀ ਕੋਲ ਅਜਿਹਾ ਕੋਈ ਵੀ ਪ੍ਰਸਤਾਵ ਨਹੀਂ ਸੀ। ਡਾਕਟਰ ਰਾਜਿੰਦਰ ਪ੍ਰਸਾਦ, ਮਦਨ ਮੋਹਨ ਮਾਲਵੀਆ ਅਤੇ ਹੋਰ ਨੇਤਾਵਾਂ ਨੇ ਅੰਬੇਦਕਰ ਅਤੇ ਗਾਂਧੀ ਨਾਲ ਗੱਲਬਾਤ ਦਾ ਦੌਰ ਸ਼ੁਰੂ ਕੀਤਾ। 22 ਸਤੰਬਰ ਨੂੰ ਬਾਬਾ ਸਾਹਿਬ ਗਾਂਧੀ ਨੂੰ ਮਿਲਣ ਲਈ ਯਰਬਦਾ ਜੇਲ੍ਹ ਗਏ। ਗਾਂਧੀ ਨੂੰ ਦੇਖ ਕੇ ਬਾਬਾ ਸਾਹਿਬ ਦਾ ਗੁੱਸਾ ਬਹੁਤ ਘਟ ਗਿਆ। ਉਹ ਗਾਂਧੀ ਦੇ ਬਿਸਤਰੇ ਕੋਲ ਬੈਠ ਗਏ ਅਤੇ ਇੱਕ ਸ਼ਾਂਤ ਲਹਿਜੇ ਨਾਲ ਆਪਣੀ ਭੂਮਿਕਾ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਸਾਡੇ ਨਾਲ ਬੇਇਨਸਾਫੀ ਕਰ ਰਹੇ ਹੋ। ਗਾਂਧੀ ਨੇ ਕਿਹਾ, ਮੇਰੀ ਸਾਰੀ ਹਮਦਰਦੀ ਤੁਹਾਡੇ ਨਾਲ ਹੈ ਡਾਕਟਰ ਸਾਹਿਬ, ਤੁਸੀਂ ਜੋ ਕਹਿ ਰਹੇ ਹੋ ਮੈਂ ਤੁਹਾਡੇ ਨਾਲ ਹਾਂ, ਪਰ ਤੁਸੀਂ ਚਾਹੁੰਦੇ ਹੋ ਕਿ ਮੈਂ ਜਿਉਂਦਾ ਰਹਾਂ? ਅੰਬੇਦਕਰ ਜੀ ਨੇ ਕਿਹਾ, ਹਾਂਜੀ ਗਾਂਧੀ ਜੀ, ਜੇ ਤੁਸੀਂ ਮੇਰੇ ਲੋਕਾਂ ਲਈ ਆਪਣਾ ਸਭ ਕੁਝ ਦੇ ਦਿਓ ਤਾਂ ਤੁਸੀਂ ਸਭ ਦੇ ਮਹਾਨ ਨਾਇਕ ਹੋਵੋਗੇ। ਗਾਂਧੀ ਨੇ ਕਿਹਾ, ਤੁਸੀਂ ਜਨਮ ਤੋਂ ਅਛੂਤ ਹੋ, ਅਸੀਂ ਸਾਰੇ ਇੱਕ ਅਤੇ ਅਟੁੱਟ ਹੋ ਸਕਦੇ ਹਾਂ। ਇਸ ਤੋਂ ਬਾਅਦ ਪੁਣੇ ਸਮਝੌਤਾ ਹੋਇਆ, ਜਿਸ ਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ। ਆਜ਼ਾਦ ਹਲਕਿਆਂ ਦੀ ਬਜਾਏ ਰਾਖਵੀਆਂ ਸੀਟਾਂ ਤੇ ਪ੍ਰਸਤਾਵ ਤੇ ਸਹਿਮਤੀ ਬਣੀ। ਬਾਬਾ ਸਾਹਿਬ ਨੇ 24 ਸਤੰਬਰ 1932 ਨੂੰ ਅਛੂਤਾਂ ਲਈ 148 ਰਾਖਵੀਆਂ ਸੀਟਾਂ ਦੇ ਨਾਲ ਪੁਣੇ ਸਮਝੌਤੇ ਤੇ ਹਸਤਾਖਰ ਕੀਤੇ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਯੋਲਾ ਵਿੱਚ ਇੱਕ ਕਾਨਫਰੰਸ ਦੌਰਾਨ ਬਾਬਾ ਸਾਹਿਬ ਨੇ ਕਿਹਾ ਕਿ ਬਦਕਿਸਮਤੀ ਨਾਲ ਮੈਂ ਇੱਕ ਹਿੰਦੂ ਅਛੂਤ ਵਜੋਂ ਪੈਦਾ ਹੋਇਆ। ਇਸ ਨੂੰ ਰੋਕਣਾ ਮੇਰੀ ਤਾਕਤ ਤੋਂ ਪਰੇ ਸੀ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਹਿੰਦੂ ਵਜੋਂ ਨਹੀਂ ਮਰਾਂਗਾ। ਬਾਬਾ ਸਾਹਿਬ ਨੇ ਇਹ ਵੀ ਕਿਹਾ ਕਿ ਹਿੰਦੂ ਧਰਮ ਨੂੰ ਸੁਧਾਰਨਾ ਅਸੰਭਵ ਹੈ। ਇਹ ਦੇਖ ਕੇ ਗਾਂਧੀ ਜੀ ਹੈਰਾਨ ਰਹਿ ਗਏ। ਪੁਣੇ ਪੈਕਟ ਤੋਂ ਬਾਅਦ ਗਾਂਧੀ ਜੀ ਨੇ ਹਰੀਜਨ ਸੇਵਕ ਸੰਘ ਰਾਹੀਂ ਛੂਤ-ਛਾਤ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਨਵੰਬਰ 1933 ਤੋਂ ਜੁਲਾਈ 1934 ਤੱਕ ਦੇਸ਼ ਦਾ ਦੌਰਾ ਕੀਤਾ। ਛੂਤ-ਛਾਤ ਦੀ ਰੋਕਥਾਮ ਲਈ 8 ਲੱਖ ਰੁਪਏ ਇਕੱਠੇ ਕੀਤੇ ਗਏ। ਅੰਤਰਜਾਤੀ ਵਿਆਹ ਬਾਰੇ ਵੀ ਉਸਦੀ ਭੂਮਿਕਾ ਬਦਲ ਗਈ। ਹਾਲਾਂਕਿ ਇਹ ਇੱਕ ਪਹਿਲ ਕਦਮੀ ਠੋਸ ਨਤੀਜੇ ਨਹੀਂ ਦੇ ਰਹੇ ਸੀ। ਗਾਂਧੀ ਦਾ ਯਤਨ ਕਰ ਰਿਹਾ ਸੀ, ਪਰ ਸੁਧਾਰਾਂ ਲਈ ਉਹਨਾਂ ਦੇ ਯਤਨਾਂ ਨੂੰ ਉੱਚ ਜਾਤੀ ਹਿੰਦੂਆਂ ਦਾ ਸਮਰਥਨ ਨਹੀਂ ਮਿਲ ਰਿਹਾ ਸੀ। ਇਹ ਬਾਬਾ ਸਾਹਿਬ ਵੀ ਚੰਗੀ ਤਰ੍ਹਾਂ ਜਾਣਦੇ ਸਨ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।